ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹਲਾ ਨੌਵੇਂ ਕੇ ਸ਼ਲੋਕ 41ਵਾਂ। ਝੂਠੇ ਮਾਨ ਕਹਾਂ करे, जग सुपने ज्यों जान। इनमें कस तेरो नहीं, नानक कहो बखान। झूठे मान कहाँ करे, जग सुपने ज्यों जान। इनमें कस तेरो नहीं, नानक कहो बखान। ਬਾਣੀ ਸਾਨੂੰ ਭਾਈ ਅਨੇਕਾਂ ਉਪਦੇਸ਼ ਦੇ ਕੇ, ਹਜ਼ਾਰਾਂ ਉਪਦੇਸ਼ ਦੇ ਕੇ ਸਾਨੂੰ ਪੁਕਾਰ ਰਹੀ ਹੈ, ਭਾਵ ਸਮਝਾ ਰਹੀ ਹੈ। ਜੇ ਅਸੀਂ ਇਹਨੂੰ ਸੁਣਾਂਗੇ, ਆਇਆ ਸੁਣ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲਗ ਲਾਲਚ, ਬਿਰਥਾ ਜਨਮ ਪ੍ਰਾਣੀ। ਜੇ ਅਸੀਂ ਬਾਣੀ ਨੂੰ ਸੱਤ ਕਰਕੇ ਨਹੀਂ ਮੰਨਦੇ, ਗੁਰੂ ਉਪਦੇਸ਼ ਨੂੰ, ਤਾਂ ਸਾਡਾ ਜਨਮ ਜਿਹੜਾ ਹੈਗਾ ਬਿਰਥਾ ਚਲਿਆ ਜਾਊਗਾ। ਉਹੀ ਸਤਿਗੁਰੂ ਸਮਝਾ ਰਹੇ ਆ ਭਾਈ। ਝੂਠੇ ਮਾਨ ਕਹਾਂ करे, ਜਗ ਸੁਪਨੇ ਜਿਉਂ ਜਾਨ। ਸੁਪਨੇ ਤੋਂ ਭਾਵ ਸੰਸਾਰ ਇੱਕ ਸੁਪਨਾ ਹੈ। ਆਤਮਾ ਪ੍ਰਾਤਮਾ ਨੂੰ ਟੁੱਟ ਕੇ ਆਪਦੇ ਮੂਲ ਨੂੰ ਹਰ ਬਿਸਤ ਸਦਾ ਖੁਆਰੀ, ਇਹਦੀ ਖੁਆਰੀ ਸ਼ੁਰੂ ਹੋਈ ਹੈ। ਹਰ ਬਿਸਰਤ ਤੇਰੇ ਗੁਣ ਗਲਿਆ, ਇਹਦੇ ਗੁਣ ਗਲ ਗਏ। ਨਿਰਭਉ ਨਹੀਂ ਰਿਹਾ, ਇਹ ਨਿਰਵੈਰ ਨਹੀਂ ਰਿਹਾ, ਕਾਲ ਤੋਂ ਮੁਕਤ ਨਹੀਂ, ਅਜੂਨੀ ਸਰੀਰ 'ਚ ਫਸ ਗਿਆ। ਇਹ ਚਾਰੇ ਗੁਣਾਂ ਦੀ ਅਸੀਂ ਪ੍ਰਾਪਤੀ ਕਰਨੀ ਹੈ, ਉਹਦੀ ਖਾਤਰ ਸਾਨੂੰ ਇਹ ਮਨੁੱਖਾ ਦੇਹੀ ਮਿਲੀ ਹੈ। ਪਰ ਇਹ ਸੰਸਾਰ ਦੇ ਵਿੱਚ ਇੰਨਾ ਬੁਰਾ ਫਸ ਗਿਆ, ਇਹਨੂੰ ਪਤਾ ਹੀ ਨਹੀਂ ਮੇਰਾ ਸੰਸਾਰ 'ਤੇ ਆਉਣ ਦਾ ਕੀ ਕਾਰਨ ਹੈ। ਭੁੱਲਿਆਂ ਗੁਰਦੇ ਸਮਝਾਏ, ਜੀ ਭੁੱਲ ਗਿਆ ਵਾ। ਅਸੀਂ ਭੁੱਲ ਗਏ ਹਾਂ, ਭੁੱਲਿਆਂ ਨੂੰ ਗੁਰ ਸਮਝਾਉਂਦਾ ਹੈ। ਬਾਣੀ ਸਾਨੂੰ ਅਨੇਕਾਂ ਉਪਦੇਸ਼ ਦੇ ਕੇ ਸਮਝਾ ਰਹੀ ਹੈ। ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੇ। ਮਾਇਆ ਦੇ ਨਸ਼ੇ ਵਿੱਚ, ਇੱਛਾ ਦੇ ਵਿੱਚ, ਸੰਸਾਰੀ ਰਿਸ਼ਤਿਆਂ 'ਚ ਅਸੀਂ ਚੂਰ ਹੋ ਕੇ, ਲਿਪਤ ਹੋ ਕੇ, ਮੇਰਿਓ ਮੇਰਿਓ ਕਹਿ ਥਿਤ ਸੋ ਬਾਧਿਓ ਚੀਤ, ਬੰਨ੍ਹ ਕੇ ਆਪਦੇ ਆਪ ਨੂੰ ਫਿਰ ਜੰਮਣ ਮਰਨ ਨੂੰ ਲੈ ਜਾਂਦੇ ਹਾਂ। ਬਾਣੀ ਸਾਨੂੰ ਦੁੱਖ ਸਾਗਰ 'ਚੋਂ ਕੱਢ ਕੇ, ਗੁਰਸ਼ਬਦ ਦਾ ਗਿਆਨ ਦੇ ਕੇ ਸੁਖ ਸਾਗਰ ਲੈ ਕੇ ਜਾਂਦੀ ਹੈ। ਪਰ ਉਹ ਤਾਂ ਸਾਨੂੰ ਪ੍ਰਾਪਤੀ ਤਾਂ ਹੋਊਗੀ ਜੇ ਅਸੀਂ ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲਾਂਗੇ। ਇਹ ਜੀਵਨ ਇੱਕ ਦਿਖ ਰਿਹਾ ਜਿਹੜਾ ਆਪਾਂ ਨੂੰ, ਇਹ ਸੁਪਨਾ ਵਾ, ਆਪਾਂ ਨੂੰ ਜਾਣਾ ਪੈਣਾ ਵਾ। ਇਹ ਮ੍ਰਿਤ ਲੋਕ ਹੈ। ਬਾਣੀ ਦੁੱਖ ਪਰ ਸੁੱਖ ਕਰ ਲੈ ਜਾਏ। ਜਪਜੀ ਸਾਹਿਬ ਬਚਨ ਨੇ ਸਤਿਗੁਰਾਂ ਦੇ, ਦੁੱਖ ਪਰ ਹਰ ਸੁੱਖ ਕਰ ਲੈ ਜਾਏ ਤੋਂ ਭਾਵ ਹੈ ਬਾਣੀ ਸਾਨੂੰ ਦੁੱਖ ਸਾਗਰ 'ਚੋਂ ਕੱਢ ਕੇ ਸੁੱਖ ਸਾਗਰ 'ਚ ਲੈ ਜਾਂਦੀ। ਅਸੀਂ ਕਿੱਥੇ ਬੈਠੇ ਹਾਂ ਹੁਣ? ਮ੍ਰਿਤ ਲੋਕ 'ਚ। ਇੱਥੇ ਹੀ ਸਾਰੇ ਸੁੱਖ ਭਾਲਦੇ ਹਾਂ। ਸੁੱਖ ਤਾਂ ਸਾਨੂੰ ਆ ਜਾਂਦੇ ਆ, ਉਹ ਸਰੀਰ ਕਰਕੇ ਆ ਜਾਂਦੇ ਆ, ਆਤਮਾ ਕਰਕੇ ਸੁੱਖ ਤਾਂ ਫਿਰ ਜਦ ਤੱਕ ਪ੍ਰਾਤਮਾ ਦਾ ਦਰਸ਼ਨ ਨਹੀਂ ਹੁੰਦਾ, ਆਤਮਾ ਪ੍ਰਾਤਮਾ 'ਚ ਲੈ ਨਹੀਂ ਹੁੰਦੀ, ਬ੍ਰਹਮ ਲੀਨ ਨਹੀਂ ਹੁੰਦੀ। ਬਾਣੀ ਬ੍ਰਹਮ ਲੀਨ ਹੈ, ਬ੍ਰਹਮ ਵਿਦਿਆ ਵਾ, ਬ੍ਰਹਮ ਗਿਆਨ ਵਾ। ਉਹ ਤੋਂ ਬਿਨਾਂ ਕਿਵੇਂ ਸਾਨੂੰ ਸੁੱਖ ਮਿਲੂਗਾ? ਗੁਰਸ਼ਬਦ ਦਾ ਗਿਆਨ ਸਾਨੂੰ ਦੁੱਖ ਸਾਗਰ 'ਚੋਂ ਕੱਢ ਕੇ ਸੁੱਖ ਸਾਗਰ 'ਚ ਲੈ ਜਾਂਦਾ। ਵਿਚਾਰ ਕੀਤੀ ਆਪਾਂ ਪਿੱਛੇ, ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਸੁੱਖ ਸਾਗਰ ਭਾਵ ਹਰ ਦੇ ਚਰਨਾਂ 'ਚ ਲੈ ਜਾਂਦੀ ਹੈ ਬਾਣੀ ਸਾਨੂੰ, ਜਿਹਨੂੰ ਬਾਣੀ ਵਿੱਚ ਦੇਵ ਲੋਕ ਵੀ ਕਿਹਾ, ਹਰਦੁਆਰ ਵੀ ਕਿਹਾ। ਇਹ ਸਾਡਾ ਦੂਆ ਪੜਾਅ ਵਾ ਸੰਸਾਰ ਤੋਂ ਛੁੱਟਣ ਤੋਂ ਬਾਅਦ, ਜੋ ਸਾਨੂੰ ਮੁਕਤੀ ਮਿਲਦੀ ਹੈ ਗੁਰਸ਼ਬਦ ਦੇ ਗਿਆਨ ਨਾਲ। ਪਹਿਲਾ ਪਦਾਰਥ ਸਾਨੂੰ ਮਿਲਦਾ, ਫਿਰ ਮੁਕਤੀ ਮਿਲਦੀ ਹੈ, ਫਿਰ ਸਾਡੀ ਨਾਮ ਦੀ ਭਗਤੀ ਸ਼ੁਰੂ ਹੁੰਦੀ ਹੈ। ਜਿਹੜੀ ਸੰਸਾਰ ਦੀਆਂ ਵਡਿਆਈਆਂ ਨੇ ਉਹ 'ਚ ਅਸੀਂ ਫਸੇ ਹੋਏ ਹਾਂ, ਉਹੀ ਸਤਿਗੁਰੂ ਸਮਝਾ ਰਹੇ ਆ ਭਾਈ। ਝੂਠੇ ਮਾਨ ਕਹਾਂ करे, ਜਗ ਸੁਪਨੇ ਜਿਉਂ ਜਾਨ। ਭਾਈ ਜਾਣਾ ਪੈਣਾ ਇੱਥੋਂ ਤੈਨੂੰ, ਫਿਰ ਕੀ ਕਰੇਗਾ? ਇਹ ਸੁਪਨਾ ਹੈ। ਜਿਵੇਂ ਸੁਪਨਾ ਸਾਡਾ ਖੁੱਲ੍ਹ ਜਾਂਦਾ ਹੈ, ਝੂਠਾ ਹੋ ਜਾਂਦਾ, ਇਵੇਂ ਹੀ ਸੰਸਾਰ ਹੈ। ਜਦੋਂ ਕਾਲ ਆਉਂਦਾ ਹੈ, ਜੀਵ ਨੂੰ ਇਹ ਸਰੀਰ 'ਚੋਂ ਕੱਢਿਆ ਜਾਂਦਾ ਹੈ। ਬਾਬਾ ਫਰੀਦ ਜੀ ਦਾ ਸ਼ਲੋਕ ਲੈਂਦੇ ਹਾਂ। ਜਿੰਦ ਨਿਮਾਣੀ ਕੱਢੀਏ, ਹੱਡਾਂ ਕੋ ਕੜਕਾਏ। ਕੱਢ ਲੈਣਗੇ ਭਾਈ ਫਿਰ ਸਰੀਰ ਦੇ ਵਿੱਚੋਂ। ਆਪਾਂ ਦੂਆ ਸ਼ਲੋਕ ਲੈਂਦੇ ਬਾਬਾ ਫਰੀਦ ਜੀ ਦਾ। ਫਰੀਦਾ ਗੋਰ ਨਿਮਾਣੀ ਸੰਢ ਕਰੇ, ਨੀ ਘਰਿਆਂ ਕਰ ਆਓ, ਸਰ ਪਰ ਇੱਥੇ ਮਰਨਾ, ਮਰਨੋਂ ਨਾ ਡਰਿਆਓ। ਮਰਨ ਤੋਂ ਡਰਦੇ ਹਾਂ ਅਸੀਂ ਸਾਰੇ, ਰੱਜ ਨਾ ਕੋਈ ਜੀਵ। ਆਪਾਂ ਪਿੱਛੇ ਵੀ ਵਿਚਾਰ ਕੀਤੀ ਹੈ, ਕਿਸੇ ਦਾ ਵੀ ਜੀਅ ਨਹੀਂ ਕਰਦਾ ਜਾਣ ਨੂੰ, ਪਰ ਸਾਨੂੰ ਜਾਣਾ ਪੈਣਾ ਹੈ। ਫਿਰ ਕੀ ਕਰਾਂਗੇ? ਉਹੀ ਸਤਿਗੁਰੂ ਸਮਝਾ ਰਹੇ ਨੇ। ਇਹ ਸੁਪਨਾਵਾਂ
ਜਦੋਂ ਇਹਨੂੰ ਸਰੀਰ ਚੋਂ ਕੱਢਿਆ ਜਾਂਦਾ ਹੈ, ਭਗਤ ਕਬੀਰ ਜੀ ਦਾ ਆਪਾਂ ਸਲੋਕ ਲੈਂਦੇ ਹਾਂ। ਕਹੋ ਕਬੀਰ ਤਬ ਹੀ ਨਰ ਜਾਗੇ, ਜਬ ਜਮ ਕਾ ਡੰਡ ਮੂੰਹ ਮੇ ਲਾਗੇ। ਜਾਗਦਾ ਤਾਂ ਹੈ, ਪਰ ਜਾਨੂੰ ਸਮਾਂ ਨਿਕਲ ਜਾਂਦਾ ਵਾ, ਫਿਰ ਸਾਨੂੰ ਜੰਮਣ ਮਰਨ ਨੂੰ ਜਾਣਾ ਪੈਂਦਾ ਹੈ। ਹੁਣ ਗੁਰ ਸ਼ਬਦ ਦੇ ਗਿਆਨ ਤੋਂ ਬਾਅਦ, ਗੁਰ ਸ਼ਬਦ ਦੀ ਕਮਾਈ ਤੋਂ ਬਾਅਦ ਫਿਰ ਸਾਨੂੰ ਦੇਵਲੋਕ ਦੀ ਭਾਵ 10ਵੇਂ ਦੁਆਰ ਦੀ ਪ੍ਰਾਪਤੀ ਹੁੰਦੀ ਹੈ, ਜਿਹਨੂੰ ਹਰਿਮੰਦਰ ਵੀ ਕਿਹਾ ਵਾ। ਭਗਤ ਕਬੀਰ ਜੀ ਦਾ ਆਪਾਂ ਸਲੋਕ ਲੈਂਦੇ ਹਾਂ। ਕਬੀਰ ਮੋਹੀ ਮਰਨੇ ਕਾ ਚਾਉ ਹੈ, ਮਰੂ ਤੋਂ ਹਰ ਕੇ ਦੁਆਰ। ਹਰ ਦੁਆਰ ਆਪਾਂ ਵੀ ਜਾਣਾ ਹੈ। ਉਹ ਮਰਨਾ ਕੈਸਾ ਹੈ? ਸ਼ਬਦ ਮਰੈ ਫਿਰ ਜੀਵੇ ਫੁਨ ਹੀ, ਫਿਰ ਬਹੁਰ ਨਾ ਮਰਨਾ ਹੋਈ। ਸ਼ਬਦ ਗੁਰ ਦੇ ਗਿਆਨ ਤੋਂ ਬਾਅਦ ਜਿਹੜੀਆਂ ਸਾਡੀਆਂ ਇੱਛਾ ਨੇ ਇਹ ਸਮਾਪਤ ਹੋ ਜਾਂਦੀਆਂ, ਇਹਦਾ ਤਿਆਗ ਹੋ ਜਾਂਦਾ। ਉਹੀ ਤਾਂ ਭਗਤੀ ਹੈ। ਆਸਾ ਕਰੀਏ ਰਾਮ ਕੀ ਅਵਰੇ ਆਸ ਨਿਰਾਸ। ਜਿੰਨੀ ਵੀ ਇੱਛਾ ਪੈਦਾ ਕਰਦੇ ਹਾਂ ਅਸੀਂ, ਇੱਕ ਪੂਰੀ ਹੁੰਦੀ ਹੈ, ਦੂਜੀ ਫਿਰ ਰਹਿ ਜਾਂਦੀ ਹੈ, ਨਿਰਾਸ਼ ਰਹਿੰਦੇ ਆ, ਇਹ ਪੂਰੀਆਂ ਹੁੰਦੀਆਂ ਹੀ ਨਹੀਂ ਹੈਗੀਆਂ। ਇੱਥੇ ਸਤਿਗੁਰ ਸਮਝਾ ਰਹੇ ਨੇ, ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗੰਮ ਅਪਾਰਾ। ਭਾਵ ਅਗੰਮ ਸਾਡੀ ਮਨਬੁੱਧੀ ਦੀ ਪਕੜ ਤੋਂ ਪਰਾਂ, ਉੱਥੇ ਤਾਂ ਸਾਨੂੰ ਬਾਣੀ ਲੈ ਕੇ ਜਾਂਦੀ ਹੈ। ਪਾਰ ਉਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਪਰ ਗੁਰ ਸ਼ਬਦ ਗਿਆਨ ਅਸੀਂ ਤਾਈਓ ਪਾਰ ਨਿਕਲਾਂਗੇ ਜੇ ਗੁਰ ਸ਼ਬਦ ਦੀ ਕਮਾਈ ਕਰਾਂਗੇ। ਅਸੀਂ ਤਾਂ ਸਤਿਗੁਰਾਂ ਨੂੰ ਹੀ ਉਪਦੇਸ਼ ਕਰਨ ਲੱਗ ਜਾਂਦੇ ਹਾਂ। ਔਰੋਂ ਕੋ ਉਪਦੇਸ਼ ਤੇ ਮੁਖ ਮੇ ਪਰ ਹੈ ਰੇਤ। ਜਾਂ ਅਸੀਂ ਉਹ ਕੰਮ ਕਰਦੇ ਹਾਂ, ਜਾਂ ਫਿਰ ਅਸੀਂ ਸਰੀਰ ਕਰਕੇ ਆਪਦੇ ਆਪ ਨੂੰ ਪੂਰਨ ਮੰਨਣ ਲੱਗ ਜਾਂਦੇ ਹਾਂ। ਭੇਖ ਅਨੇਕ ਅਗਨ ਨਹੀਂ ਬੂਝੇ, ਕੋਟ ਆਪਾ ਦਰਗੇ ਨਹੀਂ ਸੀ ਜੇ ਸੁਖਣੀ ਸਾਹਿਬ ਸਤਿਗੁਰਾਂ ਦੇ ਬਚਨ। ਕਿੰਨੇ ਮਰਜ਼ੀ ਭਾਈ ਭੇਖ ਕਰ ਲਾ ਤੂੰ, ਪਰ ਜਿਹੜੀ ਤ੍ਰਿਸ਼ਨਾ ਮਾਂ ਉਹ ਤਾਂ ਨਹੀਂ ਬੁੱਝਣੀ ਹੈਗੀ। ਜੋ ਸਾਨੂੰ ਸਤਿਗੁਰਾਂ ਨੇ ਛੁਡਾਇਆ ਸੀ, ਅਸੀਂ ਉਹੀ ਕੰਮ ਕਰੀ ਜਾਂਦੇ ਹਾਂ। ਜੋ ਪ੍ਰਚਲਿਤ ਮੱਤਾਂ ਪਿੱਛੋਂ ਚੱਲੀਆਂ ਆਉਂਦੀਆਂ ਨੇ, ਉਹ ਵੀ ਇਹੀ ਕੁਛ ਕਰਦੀਆਂ ਸੀ। ਉਹਨਾਂ 'ਚੋਂ ਕੀ ਪੈਦਾ ਹੁੰਦਾ ਸੀ? ਹੰਕਾਰ। ਅਨਕ ਤਪੱਸਿਆ ਕਰੇ ਹੰਕਾਰ, ਤੀਰਥ ਵਰਤ ਔਰ ਦਾਨ ਕਰ, ਮਨ ਮੇ ਧਰੇ ਗੁਮਾਨ, ਸਭ ਨੇਫਲ ਜਾਤ ਹੈ ਜੂ ਕੋ ਚਿਰ ਸਨਾਨ। ਉਹ ਸਾਰੇ ਕੰਮ ਅਸੀਂ ਉਹੀ ਫਿਰ ਕਰੀ ਜਾਂਦੇ ਹਾਂ। ਸਤਿਗੁਰਾਂ ਦਾ ਉਪਦੇਸ਼ ਹੈ, ਧਰਮ ਰਾਏ ਕੀ ਜਾਏ, ਪੁੰਨ ਦਾਨ ਜੋ ਬੀਜਦੇ, ਸਭ ਧਰਮ ਰਾਏ ਕੀ ਜਾਏ। ਪੁੰਨ ਜੋ ਅਸੀਂ ਕਹਿੰਦੇ ਹਾਂ, ਕਰਦੇ ਹਾਂ, ਦਾਨ ਕਰਦੇ ਹਾਂ। ਦਾਨ ਇੱਕ ਹੀ ਦੱਸਿਆ ਬਾਣੀ ਵਿੱਚ, ਉਹ ਵੀ ਜੀ ਉਹਦੀ ਕਿਰਪਾ ਹੋ ਜਾਏ। ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰਦਾ। ਆਸਾ ਦੀ ਵਾਰ ਦੇ ਬਚਨ ਲੈ ਲੈਂਦੇ ਆਪਾਂ। ਦਿਆ ਜਾਣੇ ਜੀ ਕੀ, ਕਿਛ ਪੁੰਨ ਦਾਨ ਕਰੇ। ਆਤਮਾ ਤਾਂ ਭੁੱਖੀ ਹੈ। ਸਰੀਰ ਦੇ ਅਸੀਂ ਲੰਗਰ ਲਾ ਲੈਂਦੇ ਹਾਂ, ਭੰਡਾਰੇ ਵੀ ਕਰਦੇ ਹਾਂ। ਗਤੀ ਆਤਮਾ ਦੀ ਹੋਣੀ ਹੈ, ਗਤੀ ਸਰੀਰ ਦੀ ਵੀ ਕਰੀ ਜਾਂਦੇ ਹਾਂ। ਸਾਰੇ ਧਰਮ ਐ ਕਰਦੇ ਨੇ। ਘਰ ਬਾਰ ਛੱਡ ਕੇ ਚਲੇ ਜਾਂਦੇ ਸੀ ਪਿੱਛੇ ਪ੍ਰਚਲਿਤ ਮੱਤਾਂ 'ਚ। ਜਤੀ ਸਦਾਵੈ ਜੁਗਤ ਨਾ ਜਾਣੇ, ਛੱਡ ਵਹੇ ਘਰ ਬਾਰ। ਸਤਿਗੁਰਾਂ ਨੇ ਸਮਝਾਇਆ ਜੋਗੀਆਂ ਨੂੰ, ਸਿੱਧਾਂ ਨਾਲ ਜੋ ਸਿੱਧ ਗੋਸ਼ਟ ਹੋਈ। ਬਾਣੀ ਸਾਨੂੰ ਉਪਦੇਸ਼ ਦੇ ਕੇ ਸਮਝਾਉਂਦੀ ਹੈ, ਜਦ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ। ਆਪਾ ਚੀਨਣਾ ਸੀ ਆਪਦਾ, ਜਦ ਤੱਕ ਆਪ ਵਿਚਾਰੇ ਗਿਆਨੀ ਸੋਏ, ਗੁਣ ਮੇ ਗਿਆਨ ਪ੍ਰਾਪਤ ਹੋਏ। ਗੁਣਾਂ ਦੀ ਵਿਆਖਿਆ ਕਰਦੀ ਹੈ ਬਾਣੀ। ਜਿਹੜੇ ਆਪ ਵਿਚਾਰਦੇ ਨੇ ਉਹ 'ਚੋਂ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ। ਗੁਰ ਸ਼ਬਦ ਦੇ ਵਿੱਚੋਂ ਸਾਨੂੰ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ। ਗੁਰ ਸ਼ਬਦ ਵਿਚਾਰਨ 'ਚੋਂ ਜਦੋਂ ਗਿਆਨ ਪੈਦਾ ਹੁੰਦਾ, ਅਸੀਂ ਨਿਰਭਉ ਹੋ ਜਾਂਦੇ ਹਾਂ। ਸਾਡਾ ਜਿਹੜਾ ਭੈ ਆ ਉਹ ਖਤਮ ਹੋ ਜਾਂਦਾ, ਭਰੋਸਾ ਬਣ ਜਾਂਦਾ ਹੈ। ਐਸਾ ਭਰੋਸਾ ਬਣ ਜਾਂਦਾ, ਉਹਨੂੰ ਕੋਈ ਤੋੜ ਨਹੀਂ ਸਕਦਾ। ਫਿਰ ਮਾਇਆ ਉਹਨੂੰ ਤੋੜ ਨਹੀਂ ਸਕਦੀ ਹੈਗੀ। ਸੁਣੀਏ ਸਤ ਸੰਤੋਖ ਗਿਆਨ ਜੀ, ਸੁਣ ਕੇ ਬਾਣੀ ਸਮਝ ਕੇ ਸੰਤੋਖ ਆ ਗਿਆ, ਉਹਨੂੰ ਕੋਈ ਸੰਤੋਖ ਤੋੜ ਦੇਵੇ ਕਦੇ ਵੀ ਨਹੀਂ ਹੋ ਸਕਦਾ। ਮਾਇਆ ਨਹੀਂ ਤੋੜ ਸਕਦੀ ਉਹਨੂੰ। ਉਹੀ ਸਤਿਗੁਰੂ ਸਮਝਾਉਂਦੇ ਨੇ ਆਪਾਂ ਨੂੰ, ਝੂਠੇ ਮਾਨ ਕਹਾਂ ਕਰੇ, ਜਗ ਸੁਪਨੇ ਜਿਉਂ ਜਾਨ। ਭਾਈ ਕਿਹਦਾ ਮਾਨ ਕਰਦਾ ਹੈ? ਉੱਚੇ ਉੱਚੇ ਰੁਤਬਿਆਂ ਦਾ, ਸੰਸਾਰੀ ਪਦਾਂ ਦਾ, ਸੰਸਾਰ ਦੀ ਵਡਿਆਈ ਦਾ। ਆਪਾਂ ਬਾਬਾ ਫਰੀਦ ਜੀ ਦਾ ਸਲੋਕ ਲੈਂਦੇ ਹਾਂ। ਫਰੀਦਾ ਤਨ ਜੋਬਨ ਵਡਿਆਈਆਂ, ਗਰਭ ਜਿਨਾ ਆਗਾ, ਖਾਲੀ ਚਲੇ ਤਣੀ ਜਿਉਂ ਟਿੱਬੇ ਮੁਹਾ। ਦੇਖੋ ਭਗਤ ਜੀ ਕੀ ਸਮਝਾਉਂਦੇ ਨੇ। ਜਿਨ੍ਹਾਂ ਨੂੰ ਧਨ ਦਾ, ਆਪਣੇ ਸੰਸਾਰੀ ਵਡਿਆਈ ਦਾ ਹੰਕਾਰ ਹੋ ਜਾਂਦਾ ਹੈ, ਬਾਣੀ ਅਗਾਹ ਕਰਦੀ ਹੈ ਉਹਨੂੰ, ਭਾਈ ਐਂ ਚਲੇ ਜਾਓਗੇ ਖਾਲੀ ਜਿਵੇਂ ਟਿੱਬਿਆਂ ਦੇ ਵਿੱਚ ਮੁਹਾ। ਪਾਣੀ ਮੀਂਹ ਪੈਂਦਾ ਹੈ ਕਿ ਧਰਤੀ ਤਿਆਰ ਨਹੀਂ, ਫਸਲ ਕਿਵੇਂ ਹੋਊਗੀ? ਪਹਿਲਾਂ ਅਸੀਂ ਹਿਰਦਾ ਸ਼ੁੱਧ ਕਰਨਾ ਹੈ,
ਮਨ ਧੋਵੋ ਗੁਰ ਸ਼ਬਦ ਲਾਗੋ, ਹਰ ਸਿਉ ਰਹੋ ਚਿਤ ਲਾਏ। ਇਹਦਾ ਭਾਵ ਵੀ ਉਹੀ ਹੈ ਜੋ ਭਗਤ ਜੀ ਸਮਝਾ ਰਹੇ ਆਪਾਂ ਨੂੰ। ਬਾਬਾ ਫਰੀਦ ਜੀ, ਖਾਲੀ ਚਲੇ ਧਣੀ ਜੋ ਹੈ ਖਾਲੀ ਚਲੇ ਜਾਣਗੇ ਜੇ ਅਸੀਂ ਮਨ ਨੂੰ ਗੁਰ ਸ਼ਬਦ ਨਾਲ ਨਾ ਜੋੜਿਆ, ਮਨ ਰੂਪੀ ਭਾਂਡਾ ਸ਼ੁੱਧ ਨਾ ਕੀਤਾ, ਅਸੀਂ ਵੀ ਖਾਲੀ ਚਲੇ ਜਾਵਾਂਗੇ। ਸਾਡਾ ਸੰਸਾਰ ਤੇ ਆਉਣਾ ਨਿਸਫਲ ਹੋ ਜਾਊਗਾ। ਰਾਜਾ ਪਰਜਾ ਸਭ ਕਰ ਮਾਰੇ, ਐਸੋ ਕਾਲ ਬੜਾ ਨੀਰੇ। ਭਗਤ ਕਬੀਰ ਜੀ ਸਮਝਾਉਂਦੇ ਰਹੇ। ਆਪਾਂ ਭਗਤ ਕਬੀਰ ਜੀ ਦਾ ਸ਼ਲੋਕ ਲੈ ਲੈਂਦੇ ਹਾਂ। ਐਸੋ ਇਹ ਸੰਸਾਰ ਪੇਖਣਾ, ਰਹਿ ਨ ਕੋ ਪਾਈਏ ਰੇ। ਸਿੱਧੇ ਸਿੱਧੇ ਰੇਗ ਚਲੋ ਤੁਮ, ਨਾਤਰ ਧੱਕਾ ਦਵਾਈਏ ਰੇ। ਭਗਤ ਜੀ ਸਮਝਾਉਂਦੇ ਆ ਭਾਈ, ਇੱਕ ਹੁੰਦਾ ਦੇਖਣਾ, ਇੱਕ ਹੁੰਦਾ ਪੇਖਣਾ। ਪੇਖਣਾ ਹੁੰਦਾ ਦਿਵ ਦ੍ਰਿਸ਼ਟੀ। ਜਿੰਨੀ ਕਿਸੇ ਕੋਲ ਬੁੱਧੀ ਆਓ, ਜਿੰਨੀ ਕੁ ਸਮਝ ਆਓ, ਉਹਨੂੰ ਪੇਖਣਾ ਕਹਿੰਦੇ ਆ। ਅੱਖਾਂ ਨਾਲ ਤਾਂ ਸਾਰੇ ਹੀ ਦੇਖਦੇ ਨੇ। ਜਿਹੜੀ ਦਿਵ ਦ੍ਰਿਸ਼ਟੀ ਆ ਉਹ ਸਾਨੂੰ ਗੁਰ ਸ਼ਬਦ ਦੇ ਗਿਆਨ ਤੋਂ ਜਿਹੜਾ ਬਾਅਦ ਗਿਆਨ ਹੁੰਦਾ ਉਹਨੂੰ ਦਿਵ ਦ੍ਰਿਸ਼ਟੀ ਕਹਿੰਦੀ ਆ ਬਾਣੀ। ਆਨੰਦ ਸਾਹਿਬ ਸਤਿਗੁਰਾਂ ਦੇ ਵਚਨ ਲੈਣੇ ਆਪਾਂ। ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲੀਏ ਦਿਵ ਦ੍ਰਿਸ਼ਟ ਹੋਈ। ਦਿਵ ਦ੍ਰਿਸ਼ਟੀ ਤੋਂ ਭਾਵ ਪੇਖਣਾ। ਅਸੀਂ ਫਿਰ ਅੱਖਾਂ ਨਾਲ ਤਾਂ ਸਾਨੂੰ ਕੰਨ ਤੋਂ ਪਰੇ ਨਹੀਂ ਦਿੰਦਾ ਹੈਗਾ, ਬੁੱਧੀ ਨਾ ਹੁੰਦਾ ਪੇਖਣਾ। ਉਹੀ ਭਗਤ ਜੀ ਸਮਝਾ ਰਹੇ ਨੇ। ਐਸੋ ਇਹ ਸੰਸਾਰ ਪੇਖਣਾ, ਰਹਿਣ ਨਾ ਕੋ ਪਾਈਏ ਰੇ। ਸਿੱਧੇ ਸਿੱਧੇ ਰੇਕ ਚਲੋ ਤੁਮ, ਨਾ ਤਰਕ ਧੱਕਾ ਦਵਾਈਏ ਰੇ। ਐਸਾ ਧੱਕਾ ਲੱਗੂਗਾ ਜੀਵ 84 ਲੱਖ ਜੋਨੀ ਨੂੰ ਫਿਰ ਚਲਿਆ ਜਾਏਗਾ। ਸਿੱਧੇ ਤੋਂ ਭਾਵ ਨਦੀਆਂ ਪਵਹਿ ਸਮੁੰਦ ਨਾ ਜਾਣੀਏ। ਜਿਵੇਂ ਨਦੀਆਂ ਨਾਲੇ ਸਮੁੰਦਰ ਨੂੰ ਨਹੀਂ ਜਾਣਦੇ, ਨੀਵੀਂ ਜਗ੍ਹਾ ਨੂੰ ਭੱਜੇ ਹੀ ਜਾਂਦੇ ਨੇ, ਇੱਕ ਦਿਨ ਸਮੁੰਦਰ 'ਚ ਲਾਏ ਹੋ ਜਾਂਦੇ ਨੇ, ਸਮੁੰਦਰ ਦਾ ਰੂਪ ਬਣ ਜਾਂਦੇ ਨੇ। ਐਵੇਂ ਗੁਰਸਿੱਖ ਨੇ ਗੁਰ ਸ਼ਬਦ ਦੇ ਗਿਆਨ ਲੈ ਕੇ ਗੁਰੂ ਦੇ ਪਿੱਛੇ ਐਂ ਚੱਲਣਾ ਵਾ, ਫਿਰ ਅਸੀਂ ਆਪਦੇ ਘਰ ਪਹੁੰਚਾਂਗੇ। ਹੋਈ ਭਗਤ ਜੀ ਸਮਝਾਉਂਦੇ ਨੇ, ਸਿੱਧੇ ਸਿੱਧੇ ਰੇਕ ਚਲੋ ਤੋਂ, ਬਾਰੇ ਬੂਡੇ ਤਰਨੇ ਭਈਆ, ਸਭੂ ਜਮ ਲੈ ਜਾਈਏ ਰੇ। ਮਾਨਸ ਬਪਰਾ ਮੂਛਾ ਕੀਨਾ, ਮੀਚ ਬਲਈਆ ਖਾਏ ਰੇ। ਛੱਡਦੀ ਨਹੀਂ ਭਾਈ ਮੌਤ, ਕਿਉਂਕਿ ਮਰਨ ਲਿਖਾਏ ਮੰਡਲ ਮੇ ਆਏ, ਜੀਵਨ ਸਾਜੇ ਮਾਈ। ਬਾਣੀ ਨੇ ਜੀਵਨ ਸਾਜਣਾ ਸੀ, ਉਹ ਅਸੀਂ ਛੱਡਤਾ। ਮਰਨ ਲਿਖਾਏ ਆ, ਭੁੱਲ ਗਿਆ ਕਿ ਇੱਥੇ ਇਹ ਸਰੀਰ ਛੱਡਣਾ ਪੈਣਾ ਵਾ। ਉਹੀ ਭਗਤ ਜੀ ਸਮਝਾਉਂਦੇ ਨੇ, ਫਿਰ ਸਮਾਂ ਨਿਕਲ ਜਾਂਦਾ ਵਾ। ਧਨਵੰਤ ਔਰ ਨਿਰਧਨ ਮਾਨੀ, ਤਾਂ ਕਿ ਕਸੂ ਨਾ ਕਾਨੀ ਰੇ। ਰਾਜਾ ਪਰਜਾ ਸਭ ਕਰ ਮਾਰੇ, ਐਸੋ ਕਾਲ ਵਡਾਨੀ ਰੇ। ਕੋਈ ਧਨਵੰਤ ਹੈ, ਕੋਈ ਨਿਰਧਨ ਹੈ, ਕੋਈ ਕਿੱਡੇ ਰੁਤਬੇ ਵਾਲਾ ਵਾ, ਸੰਸਾਰ ਉਹਨੂੰ ਕਿਉਂ ਨਾ ਮੰਨਦਾ ਹੋਵੇ। ਜਪਜੀ ਸਾਹਿਬ ਸਤਿਗੁਰਾਂ ਦੇ ਵਚਨ ਲੈ ਲੈਣੇ ਆਪਾਂ। ਜੇ ਜੁਗ ਚਾਰੇ ਆਰ ਜਾਂ ਹੋਂਦ ਸੋਣੀ ਹੋਏ, ਨਵਖੰਡਾਂ ਵਿੱਚ ਜਾਣੀਏ, ਨਾਲ ਚੱਲੇ ਸਭ ਕੋਈ, ਚੰਗਾ ਨਾਉ ਰਖਾਏ ਕੇ ਜਸ ਕੀਰਤ ਜਗ ਲੈ। ਜੇ ਤਿਸ ਨਦਰ ਨਾ ਆਵੀ ਤਾਂ ਬਾਤ ਨਾ ਪੁੱਛੇਗੇ। ਨਦਰ ਤੋਂ ਭਾਵ ਜੇ ਨਾਮ ਦੀ ਪ੍ਰਾਪਤੀ ਨਾ ਹੋਈ, ਉਹਦੀ ਭਗਤੀ ਨਾ ਕੀਤੀ ਅਸੀਂ, ਕਾਲ ਨੇ ਫੜ ਕੇ ਲੈ ਜਾਣਾ ਵਾ। ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਕਾਲ ਇੱਕ ਨਹੀਂ ਮੰਨਦਾ ਹੈਗਾ। ਉਹੀ ਭਗਤ ਜੀ ਸਮਝਾਉਂਦੇ ਨੇ। ਰਾਜਾ ਪਰਜਾ ਸਭ ਕਰ ਮਾਰੇ, ਐਸੋ ਕਾਲ ਵਡਾਨੀ ਰੇ। ਅੱਗੇ ਭਗਤ ਜੀ ਕੀ ਸਮਝਾਉਂਦੇ ਨੇ। ਪੁੱਤਰ ਕਲੱਤਰ ਲక్ష్ਮੀ ਮਾਇਆ, ਇਹ ਤਜੋ ਜੀ ਜਾਨੀ ਰੇ। ਕਹੋ ਕਬੀਰ ਸੁਣੋ ਰੇ ਸੰਤੋ, ਮਿਲੇ ਸਾਰੰਗ ਪਾਣੀ ਰੇ। ਘਰ-ਬਾਰ ਨਹੀਂ ਛੱਡ ਕੇ ਜਾਣਾ ਭਾਈ। ਘਰ ਵਿੱਚ ਰਹਿੰਦਿਆਂ ਹੋਈ ਡਿਊਟੀ ਪਗਾਉਣੀ ਹੈ। ਘਰ ਵਾਲੇ ਬੱਚਿਆਂ ਦੀ ਜੋ ਕੁਦਰਤ ਨੇ ਲਾਈ ਹੈ, ਇਹ ਕਿਵੇਂ ਛੱਡਣੇ ਨੇ। ਗੁਰਸ਼ਬਦ ਦਾ ਗਿਆਨ ਲੈ ਕੇ ਮੋਹ ਦਾ ਜਾਲ ਕਿਵੇਂ ਕੱਟਣਾ ਵਾ। ਗੁਰਸ਼ਬਦ ਦਾ ਜਿਹੜਾ ਗਿਆਨ ਹੈ, ਉਪਦੇਸ਼ ਹੈ, ਉਹਦੇ ਨਾਲ ਜਾਲ ਕੱਟਿਆ ਜਾਣਾ। ਆਪਾਂ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ। ਮਨ ਰੇ ਹਉਮੈ ਮੋਹ ਦੁਖ ਭਾਰੀ, ਭਵ ਜਲ ਜਗਤ ਨ ਜਾਈ ਤਰਣਾ। ਗੁਰਮੁਖ ਤਰ ਹਰ ਤਾਰੀ। ਹਰ ਕਥਾ ਹੈ ਬਾਣੀ ਭਾਈ, ਇਹਨੂੰ ਸੁਣਨਾ ਵਿਚਾਰਨਾ, ਜਿਹੜੇ ਸੁਣਨਗੇ ਉਹ ਅਮਰ ਹੋ ਜਾਣਗੇ। ਉਹਦੇ ਨਾਲ ਮੋਹ ਦਾ ਜਾਲ ਕੱਟਿਆ ਜਾਣਾ। ਇਹ ਵਿਧੀ ਨਾਲ ਭਗਤ ਜੀ ਸਮਝਾਉਂਦੇ ਨੇ ਵੀ ਤੂੰ ਪਾਰ ਨਿਕਲ ਸਕਦਾ। ਫਿਰ ਸਾਰੰਗ ਪਾਣੀ ਭਾਵ ਜਿਹੜਾ ਬਬੀਹਾ ਪਾਣੀ ਨੂੰ ਬਿਰਲਾਪ ਕਰਦਾ, ਮਨ ਰੂਪੀ ਬਬੀਹਾ ਵੀ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ। ਫਿਰ ਇਹਦੇ ਅੰਦਰ ਨਾਮ ਦੀ ਭੁੱਖ ਪੈਦਾ ਹੁੰਦੀ ਹੈ, ਫਿਰ ਇਹਦੀ ਪੁਕਾਰ ਸੁਣੀ ਜਾਂਦੀ ਆ। ਉਹੀ ਤਾਂ ਨਾਮ ਹੈ। ਹਾਲੇ ਤਾਂ ਸੰਸਾਰ 'ਚ ਹੀ ਨਹੀਂ ਸਾਡਾ ਖਹਿੜਾ ਛੋਟਿਆ। ਅੰਮ੍ਰਿਤ ਲੋਕ ਦੇ ਵਿੱਚ ਅਸੀਂ ਬੈਠੇ ਹਾਂ, ਸਰੀਰ ਕਰਕੇ ਆਪਦੇ ਆਪ ਨੂੰ ਪੂਰਨ ਮੰਨੀ ਬੈਠੇ, ਸਾਰੀਆਂ ਡਿਗਰੀਆਂ ਪ੍ਰਾਪਤੀ ਕਰੀ ਬੈਠੇ ਹਾਂ। ਇਹ ਤਾਂ ਅੰਮ੍ਰਿਤ ਲੋਕ ਹੈ, ਛੱਡਣਾ ਪੈਣਾ। ਇੱਥੇ ਨਹੀਂ ਕਾਲ ਬਖਸ਼ਦਾ ਕਿਸੇ ਨੂੰ। ਦੇਖਦੇ ਹੀ ਇੰਨਾ ਕੁ ਤਾਂ ਆਪਾਂ ਨੂੰ ਗਿਆਨ ਹੁੰਦਾ ਹੈ। ਉਹੀ ਸਤਿਗੁਰ ਸਮਝਾਉਂਦੇ ਨੇ। ਝੂਠੇ ਮਾਨ ਕਹਾਂ ਕਰੇ, ਜਗ ਸੁਪਨੇ ਜਿਉ ਜਾਨ। ਇਨਮੇ ਕਛ ਤੇਰੋ ਨਹੀਂ, ਨਾਨਕ ਕਹਿਓ ਬਖਾਨ। ਬਾਣੀ ਸਾਨੂੰ ਬਾਰ-ਬਾਰ ਸਮਝਾ ਰਹੀ ਹੈ, ਜੋ ਸੰਪਤ ਆਪਣੀ ਕਰਮਾਨੀ, ਛਿਨਵੇਂ ਪਈ ਪਰਾਈ। ਖਿਨਵੇਂ ਕੌੜੇ ਹੋਏ ਇਤਨੇ ਮਾਇਆ ਭੋਗ। ਜਿੰਨੇ ਮਾਇਆ ਦੇ ਰਿਸ਼ਤੇ 'ਚ ਸਾਡਾ ਲਾਸਟ ਟਾਈਮ ਆਉਂਦਾ ਵਾ, ਕਾਲ ਆਉਂਦਾ ਵਾ, ਸਾਰਾ ਕੁਛ ਪਰਾਇਆ ਹੋ ਜਾਂਦਾ। ਇੱਕ ਹਰ ਕੇ ਨਾਮ ਬਿਨ ਅੱਗੇ ਲਈਏ ਖੋ। ਹਰਨਾਮ ਤੋਂ ਬਿਨਾਂ ਸਰੀਰ ਕਰਕੇ ਜਿਹੜੀ ਸੰਪਤ ਹੁੰਦੀ ਹੈ ਇੱਥੇ ਖੋਈ ਜਾਂਦੀ ਹੈ। ਫਿਰ ਅੱਗੇ ਇਹਦੀ ਪ੍ਰੀਖਿਆ ਹੁੰਦੀ ਹੈ। ਸਭੇ ਬੁੱਧੀ ਜਾਲੀਏ, ਰਹੇ ਤਤ ਗਿਆਨ। ਜਿਹਨੇ ਤਤ ਗਿਆਨ ਦੀ ਪ੍ਰਾਪਤੀ ਕੀਤੀ, ਗੁਰ ਸ਼ਬਦ ਦਾ ਗਿਆਨ ਲਿਆ, ਹਰ ਦੀ ਕਥਾ ਨੂੰ ਮਨ 'ਚ ਵਸਾਇਆ, ਭਾਣੇ 'ਚ ਰਹੇ,
ਉਹ ਪਾਰ ਨਿਕਲ ਜਾਂਦੇ ਨੇ, ਨਹੀਂ ਫਿਰ ਜੰਮਣ ਮਾਰੂ ਚਲੇ ਜਾਂਦੇ। ਉਹੀ ਸਤਿਗੁਰ ਸਮਝਾਉਂਦੇ ਨੇ, ਝੂਠੇ ਮਾਨ ਕਹਾਂ ਕਰੇ, ਜਗ ਸੁਪਨੇ ਜਿਉ ਜਾਨ ਇਨਮੇ ਕਸਤੇਰੋ ਨਹੀਂ, ਨਾਨਕ ਕਹਿਓ ਬਖਾਨ। ਬਾਣੀ ਸਾਨੂੰ ਅਨੇਕਾਂ ਉਪਦੇਸ਼ ਦੇ ਕੇ ਭਾਈ ਸਮਝਾ ਰਹੀ ਹੈ। ਸਰੀਰ 'ਚ ਰਹਿੰਦਿਆਂ ਰਹਿੰਦਿਆਂ ਆਪਾਂ ਇਹ ਗੁਰ ਸ਼ਬਦ ਦੀ ਕਮਾਈ ਕਰਨੀ ਹੈ। ਇਹ ਸੰਸਾਰ ਨੂੰ, ਜਿਵੇਂ ਭਗਤ ਕਬੀਰ ਜੀ ਨੇ ਆਪਾਂ ਨੂੰ ਸਮਝਾਇਆ ਹੈ, ਸੋ ਇਹ ਸੰਸਾਰ ਵੇਖਣਾ, ਰਹਿਣ ਨਾ ਕੋ ਪਾਈਏ। ਅੱਜ ਤੱਕ ਤਾਂ ਕੋਈ ਭਾਈ ਰਿਹਾ ਨਹੀਂ। ਵਾਰੀ ਆਪੋ ਆਪਣੀ ਚੱਲੇ ਸੇਖ ਮਸੈਖ। ਆਪਾਂ ਇਹ ਭਗਤੀ ਕਰਨੀ ਹੈ। ਜੈ ਪ੍ਰਸਾਦ ਪਾਈ ਦੁਰਲੱਭ ਦੇ, ਨਾਨਕ ਤਾਂ ਕੀ ਭਗਤ ਕਰੀਏ। ਐਸੀ ਭਗਤੀ ਹੈ, ਇਹ ਆਪਾਂ ਕੰਮਕਾਰ ਕਰਦੇ ਵੀ ਕਰ ਸਕਦੇ ਹਾਂ। ਹਾਥ ਪਾਉ ਕਾਮ ਕਰ ਸਭ ਚੀਤ ਨਿਰੰਜਨ ਨਾਲ। ਕੋਈ ਸਤਿਗੁਰ ਸਮਝਾਉਂਦੇ ਨੇ ਭਾਈ, ਗੁਰ ਸ਼ਬਦ 'ਚੋਂ ਆਪਾਂ ਨੂੰ ਗਿਆਨ ਹੋਊਗਾ, ਗਿਆਨ ਤੋਂ ਬਾਅਦ ਮੁਕਤੀ ਮਿਲੂਗੀ, 2 ਪਦਾਰਥ ਮਿਲ ਜਾਣਗੇ, ਤੀਜੇ ਨਾਮ ਦੀ ਸਾਡੀ ਭਗਤੀ ਸ਼ੁਰੂ ਹੋਊਗੀ। ਪਰ ਉਹ ਕੌਣ ਨੇ ਗੁਰਸਿੱਖ ਜਿਹੜੇ ਪਾਰ ਨਿਕਲਦੇ ਨੇ? ਪਾਰ ਉਹ ਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਗੁਰ ਸ਼ਬਦ ਦਾ ਗਿਆਨ ਸਾਨੂੰ ਮਾਇਆ ਪਾਰ ਕਰਾ ਦਿੰਦਾ ਵਾ। ਇਹ ਸਰੀਰ 'ਚ ਰਹਿੰਦੀ ਸਾਡੀ ਨਾਮ ਦੀ ਭਗਤੀ ਸ਼ੁਰੂ ਹੋ ਜਾਂਦੀ ਹੈ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇਸ ਸ਼ਲੋਕ ਦੇ ਵਿੱਚ ਆਪਾਂ ਰੋਜ਼ ਇਹਨੂੰ ਵਿਚਾਰਦੇ ਹਾਂ, ਪੜ੍ਹਦੇ ਹਾਂ। ਜਿਨ੍ਹਾਂ ਦਾ ਗਿਆਨ ਨਾਲ ਫਿਰ ਧਿਆਨ ਲੱਗ ਜਾਂਦਾ ਹੈ, ਮਸਕਤ ਸੰਸਾਰ 'ਚੋਂ ਨਿਕਲ ਜਾਂਦੇ ਨੇ। ਐਸੇ ਗੁਰਸਿੱਖਾਂ ਨਾਲ ਕਿੰਨੀ ਸਤਿਗੁਰ ਸਮਝਾਉਂਦੇ ਆ, ਹੋਰ ਨਿਕਲ ਜਾਂਦੇ ਨੇ। ਆਓ ਸਾਰੇ ਮਿਲ ਕੇ ਭਾਈ ਆਪਾਂ ਇਹ ਸੰਸਾਰ ਨੂੰ ਸਮਝੀਏ, ਗੁਰ ਕਾ ਸ਼ਬਦ ਦਾ ਗਿਆਨ ਲੈ ਕੇ ਆਪਾਂ ਨੂੰ ਵੀ ਇਹ ਅਵਸਥਾ ਪ੍ਰਾਪਤ ਹੋਵੇ, ਆਪਾਂ ਵੀ ਆਪਦੇ ਘਰ ਪਹੁੰਚੀਏ, ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ। ਜੋ ਸਾਨੂੰ ਸਤਿਗੁਰ ਸਮਝਾਉਂਦੇ ਨੇ, ਝੂਠੇ ਮਾਨ ਕਹਾਂ ਕਰੇ, ਜਗ ਸੁਪਨੇ ਜਿਉ ਜਾਨ। ਭਾਈ ਝੂਠੇ ਮਾਨ, ਝੂਠੀਆਂ ਵਡਿਆਈਆਂ, ਇਹੀ ਤਾਂ ਲੜਾਈ ਹੈ ਸੰਸਾਰ ਦੀ। ਇਹ ਤਾਂ ਛੱਡਣੀਆਂ ਨੇ, ਬਾਅਦ 'ਚ ਵੀ ਛੱਡਣੀਆਂ ਹੀ ਪੈਣੀਆਂ ਨੇ। ਆਪਾਂ ਪਹਿਲਾਂ ਹੀ ਛੱਡ ਦਈਏ, ਸਾਡਾ ਜੀਵਨ ਸਫਲ ਹੋਈ ਸੰਸਾਰ 'ਤੇ ਆਉਣਾ। ਅੱਗੇ ਸਤਿਗੁਰ ਸਮਝਾਉਂਦੇ ਨੇ, ਇਨਵੇਂ ਕਸਤੇਰੋ ਨਹੀਂ, ਨਾਨਕ ਕਹਿਓ ਬਖਾਨ। ਸਰੀਰ ਕਰਕੇ ਲੋੜਾਂ ਕੁਦਰਤ ਪੂਰੀ ਕਰਦੀ ਹੈ ਭਾਈ। ਉਹਨੇ ਸੰਸਾਰ ਸਾਜਿਆ ਵਾ ਸਾਰਾ, ਉਹੀ ਪਾਲਣਾ ਕਰਦਾ। ਆਓ ਸਾਰੇ ਮਿਲ ਕੇ ਆਪਾਂ ਉਹ ਨਾਮ ਦੀ ਪ੍ਰਾਪਤੀ ਖਾਤਰ ਆਪਾਂ ਵੀ ਇਹ ਭਗਤੀ ਕਰੀਏ, ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।